ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਰੈਸਟੋਰੈਂਟਸ ਅੱਜ ਕੱਲ੍ਹ ਕਾਫੀ ਗਿਣਤੀ ਦੇ ਵਿੱਚ ਲਗਾਤਾਰ ਖੁੱਲ੍ਹ ਰਹੇ ਨੇ। ਰੈਸਟੋਰੈਂਟਸ ਕੈਫੇਜ਼ ਦਾ ਜ਼ਮਾਨਾ ਹੈ ਅਤੇ ਜ਼ੋਮੈਟੋ ਸਵੀਗੀ ਅਤੇ ਜਿਹੜੇ ਹੋਰ ਇਸ ਤਰ੍ਹਾਂ ਦੇ ਜਿਹੜੇ ਐਪਸ ਨੇ ਉਹਨਾਂ ਨੇ ਜਿੱਥੇ ਜਿਹੜੇ ਕਸਟਮਰਸ ਨੇ ਘਰੇ ਬੈਠੇ ਖਾਣਾ ਮੰਗਵਾਉਣ ਵਾਲੇ ਨੇ ਉਹਨਾਂ ਦਾ ਕੰਮ ਜਿੱਥੇ ਸੁਖਾਲਾ ਕੀਤਾ ਹੈ, ਪਰ ਉਹਦੇ ਨਾਲ ਨਾਲ ਇਹ ਕਿਹਾ ਜਾਂਦਾ ਕਿ ਜਿਹੜੇ ਮਾਲਕ ਹੁੰਦੇ ਨੇ ਰੈਸਟੋਰੈਂਟਸ ਨੇ ਜਾਂ ਕੈਫੇਜ਼ ਦੇ, ਉਹਨਾਂ ਮਾਲਕਾਂ ਦੇ ਲਈ ਕਿਤੇ ਨਾ ਕਿਤੇ ਉਸ ਚੰਗੁਲ 'ਚ ਫਸ ਚੁੱਕੇ ਨੇ, ਕਿਉਂਕਿ ਜਿਹੜਾ ਕਮਿਸ਼ਨ ਲਿਆ ਜਾਂਦਾ ਹੈ ਜ਼ੋਮੈਟੋ ਵੱਲੋਂ, ਸਵੀਗੀ ਵੱਲੋਂ ਜਾਂ ਇਸ ਤਰੀਕੇ ਦੀਆਂ ਹੋਰ ਜਿੰਨੀਆਂ ਵੀ ਫੂਡ ਡਿਲੀਵਰੀ ਐਪਸ ਨੇ, ਸੋ ਉਹ ਅੱਧਾ ਜਿਹੜੀ ਕਮਾਈ ਹੁੰਦੀ ਹੈ, ਲਗਭਗ ਅੱਧੀ ਨਹੀਂ ਤਾਂ ਕਾਫੀ ਹੱਦ ਤੱਕ ਕਹਿ ਸਕਦੇ ਹਾਂ, ਉਹ ਜਿਹੜੀ ਕਮਿਸ਼ਨ ਚਲੀ ਜਾਂਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਗੁਰਦਾਸਪੁਰ ਤੋਂ। ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਛੋਟੇ ਸ਼ਹਿਰ ਤੋਂ ਸਮੀਰ ਸ਼ਰਮਾ ਜੀ ਨੇ ਇੱਕ ਸਟਾਰਟਅਪ ਜਿਹੜਾ ਸੀਗਾ ਸ਼ੁਰੂ ਕੀਤਾ ਸੀਗਾ। ਸੋ ਅੱਜ ਉਹ ਸਟਾਰਟਅਪ ਹੈ ਜਿਹੜਾ ਉਹਨਾਂ ਦਾ ਇੱਕ ਏਮ ਹੈਗਾ ਕਿ ਜਿਹੜਾ ਜ਼ੋਮੈਟੋ ਸਵੀਗੀ ਵਰਗੇ ਐਪਸ ਨੇ ਉਹਨਾਂ ਤੋਂ ਜ਼ਿਆਦਾ ਜਿਹੜਾ ਹੈਗਾ ਬੈਟਰ ਵੇ ਦੇ ਨਾਲ ਜਿਹੜਾ ਮਾਲਕਾਂ ਦੇ ਲਈ ਫਾਇਦਾ ਲੈ ਕੇ ਆਊਗਾ। ਸੋ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਉਹਨਾਂ ਦਾ ਜਿਹੜੇ ਸਟਾਰਟਅਪ ਨੇ ਦੋ, ਸ਼ਾਊਟ ਲੋ ਅਤੇ ਯੂ ਐਨਗੇਜ, ਉਹਦੇ ਬਾਰੇ ਗੱਲਬਾਤ ਕਰਾਂਗੇ ਕੀ ਹੈਗਾ ਇਹਦੇ ਵਿੱਚ ਅਤੇ ਕਿਸ ਤਰੀਕੇ ਦੇ ਨਾਲ ਫਾਇਦਾ ਹੋਊਗਾ, ਅਤੇ ਡੀਲਸ ਦੀ ਵੀ ਗੱਲ ਹੈ ਕਿਸ ਤਰੀਕੇ ਦੀਆਂ ਡੀਲਸ ਦਿੱਤੀਆਂ ਜਾਣਗੀਆਂ। ਸੋ ਤਮਾਮ ਜਾਣਕਾਰੀ ਲਵਾਂਗੇ ਉਹਨਾਂ ਮੁੱਦੇ ਉੱਤੇ। ਸਮੀਰ ਸ਼ਰਮਾ ਜੀ, ਸਵਾਗਤ ਹੈ ਜੀ। ਹਾਂਜੀ, ਥੈਂਕ ਯੂ ਜੀ। ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਤੁਹਾਡੇ ਸਟਾਰਟਅਪਸ ਨੇ ਉਹਨਾਂ ਬਾਰੇ ਦੱਸੋ, ਸ਼ਾਊਟ ਲੋ ਅਤੇ ਯੂ ਐਨਗੇਜ, ਮਤਲਬ ਥੋੜ੍ਹਾ ਬਰੀਫ 'ਚ ਦੱਸੋ ਦੋਨਾਂ 'ਚ ਕੀ ਫ਼ਰਕ ਹੈ, ਕਿਵੇਂ ਕਦੋਂ ਸ਼ੁਰੂ ਹੋਏ ਸੀਗੇ? ਸੋ ਦੋਨੋਂ ਜੀ ਆਪਾਂ 2018 'ਚ ਸ਼ੁਰੂ ਕੀਤੇ। ਯੂ ਐਨਗੇਜ B2B ਟੈਕਨੋਲੋਜੀ ਬੇਸ ਸਟਾਰਟਅਪ ਹੈ ਜੀ। ਉਹਦੇ ਵਿੱਚ ਆਪਾਂ ਰੈਸਟੋਰੈਂਟਸ ਲਈ ਫੂਡ ਆਰਡਰਿੰਗ ਐਪਸ ਬਣਾਉਂਦੇ ਹਾਂ, ਕੈਂਪਸਿਸ ਲਈ ਫੂਡ ਆਰਡਰਿੰਗ ਐਪਸ ਬਣਾਉਂਦੇ ਹਾਂ, ਠੀਕ ਹੈ। ਜਿਹੜੇ ਵੀ ਲੋਕ ਜ਼ੋਮੈਟੋ ਸਵੀਗੀ ਦੇ ਕਮਿਸ਼ਨ ਤੋਂ ਜ਼ਿਆਦਾ ਫਰਸਟ੍ਰੇਟਡ ਹੈ ਅਤੇ ਉਹਨਾਂ ਦੀ ਹੈਲਪ ਕਰਦੇ ਹੈ। ਸ਼ਾਊਟ ਲੋ ਜੀ B2C ਪਲੈਟਫਾਰਮ ਹੈ ਸਾਡਾ ਜੀ। ਉਹਦੇ ਵਿੱਚ ਆਪਾਂ ਲੋਕਲ ਰეკਮੈਂਡੇਸ਼ਨਸ ਕੰਟੈਂਟ ਲਿਖਦੇ ਹੈ, ਪਲੱਸ ਤੁਹਾਡੇ ਬਹੁਤ ਜਿਹੜੇ ਟੌਪ ਦੇ ਰੈਸਟੋਰੈਂਟਸ ਹੈ, ਸਲੋਨਸ ਹੈ, ਉਹਨਾਂ ਦੇ ਡਿਸਕਾਊਂਟਸ ਹੈ ਜੀ। ਸੋ ਕਿੰਨਾ ਤੁਹਾਨੂੰ ਟਾਈਮ ਲੱਗਿਆ, ਆਈਡੀਆ ਕਦੋਂ ਆਇਆ ਸੀਗਾ, ਇੰਪਲੀਮੈਂਟ ਕਰਦੇ ਕਰਦੇ ਕਿੰਨਾ ਟਾਈਮ ਲੱਗ ਗਿਆ, ਕਿੰਨਾ ਐਫਰਟਸ ਲਾਉਣੇ ਪਏ, ਅਤੇ ਹੁਣ ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਮਾਰਕੀਟ 'ਚ ਤੁਹਾਡੇ ਸਟਾਰਟਅਪ ਦੀ ਕੀ ਪੋਜੀਸ਼ਨ ਹੈਗੀ ਹੈ, ਕਿਸ ਤਰੀਕੇ ਦੇ ਨਾਲ ਕੰਪੀਟੀਸ਼ਨ ਦੇ ਰਿਹਾ? ਸੋ ਦੇਖੋ, ਫੂਡ ਇੰਡਸਟਰੀ ਨਾਲ ਆਪਾਂ ਐਂਪਥਾਈਜ਼ ਕਰ ਪਾਉਂਦੇ ਹਾਂ, ਬਿਕਾਜ਼ ਇਹ ਸਾਡਾ ਸੈਕਿੰਡ ਸਟਾਰਟਅਪ ਹੈ ਅਤੇ 2012 ਤੋਂ ਹੀ ਆਪਾਂ ਇਹ ਇੰਡਸਟਰੀ ਨਾਲ ਬੜਾ ਕਲੋਜ਼ਲੀ ਕੰਮ ਕਰਦੇ ਆ ਰਹੇ ਹਾਂ। ਅਤੇ ਜਦੋਂ ਮੈਂ ਸੈਕਿੰਡ ਟਾਈਮ ਸਟਾਰਟਅਪ ਕਰਨਾ ਸੀ, ਆਫਕੋਰਸ ਆਈਡੀਆ ਤਾਂ 10 ਸੀਗੇ ਜੀ, ਠੀਕ ਹੈ। ਉਹ 'ਚੋਂ ਲੇਕਿਨ ਸਾਰੇ ਕਰ ਨਹੀਂ ਸਕਦੇ, ਕੁਛ ਆਪਣੇ ਫੋਕਸ ਨਾਲ ਤੁਸੀਂ ਐਗਜ਼ੀਕਿਊਸ਼ਨ ਕਰਨੀ ਹੁੰਦੀ ਹੈ। ਅਤੇ ਇਹ ਸਾਨੂੰ ਪੇਨ ਪੁਆਇੰਟ 2018 ਤੋਂ ਹੀ ਦਿਖਣਾ ਸ਼ੁਰੂ ਹੋ ਗਿਆ ਸੀਗਾ। ਬਟ ਉਸ ਵੇਲੇ ਰੈਸਟੋਰੈਂਟਸ ਵੀ ਇੱਕ ਫਲੋ ਵਿੱਚ ਜਾ ਰਹੇ ਸੀਗੇ, ਚਲੋ ਠੀਕ ਹੈ ਜੀ, ਜ਼ੋਮੈਟੋ ਸਵੀਗੀ ਬਹੁਤ ਲੋਕ ਵਾਲਾ ਕਰ ਰਿਹਾ ਸਾਡਾ ਅਤੇ ਸਾਡੀ ਹੈਲਪ ਕਰ ਰਿਹਾ ਅਤੇ ਆਪਾਂ ਕਰਦੇ ਹਾਂ। ਉਸ ਵੇਲੇ ਕਮਿਸ਼ਨ ਹਾਲੇ ਹਾਰਡਲੀ 12-13% ਹੁੰਦੇ ਸੀ, ਜੋ ਕਿ ਹੁਣ ਅੱਜ ਕੱਲ੍ਹ ਐਵਰੇਜ 28 ਤੋਂ 30% ਹੈ, ਰਾਈਟ। ਅਤੇ ਸਾਨੂੰ ਲੱਗਦਾ ਜਿੱਦਾਂ ਉਹ ਕਮਿਸ਼ਨ ਵਧਾਈ ਜਾ ਰਿਹਾ ਅਤੇ ਰੈਸਟੋਰੈਂਟਸ ਨੂੰ ਸਾਡਾ ਉਹ ਵਿਜ਼ਨ ਸਮਝ ਆ ਰਿਹਾ ਹੈ ਕਿ ਕਿਉਂ ਉਹਨਾਂ ਨੂੰ ਆਪਣਾ ਡੇਟਾ ਕੰਟਰੋਲ ਕਰਨਾ ਚਾਹੀਦਾ ਹੈ, ਕਿਉਂ ਟੈਕਨੋਲੋਜੀ ਉਹਨਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਅਤੇ ਪੋਜੀਸ਼ਨ ਵਾਈਜ਼ ਇਹ ਹੈ ਜੀ, ਆਪਾਂ 131 ਸ਼ਹਿਰਾਂ ਵਿੱਚ ਸਾਡੇ ਕੋਲ ਕਲਾਇੰਟਸ ਹੈਗੇ ਜੀ ਅਕਰੋਸ ਇੰਡੀਆ, ਅਤੇ ਆਲਮੋਸਟ ਹਰ ਸਟੇਟ ਵਿੱਚ ਕੋਈ ਨਾ ਕੋਈ ਕਲਾਇੰਟ ਹੈਗਾ ਜਿੱਥੇ ਇੰਟਰਨੈਟ ਹੈਗਾ, ਰਾਈਟ ਜੀ। ਅਤੇ ਬਾਕੀ ਕੰਪੀਟੀਸ਼ਨ ਜੀ ਹੋਰ ਵੀ ਕਾਫੀ ਨਵਾਂ ਆ ਰਿਹਾ, ਠੀਕ ਹੈ। ਅਤੇ ਮੇਨਲੀ ਉਹਨਾਂ ਵਿੱਚ ਸਾਡਿਆਂ ਵਿੱਚ ਇਹ ਫਰਕ ਹੈ ਜੀ, ਆਪਾਂ ਐਪਸ 'ਤੇ ਜ਼ਿਆਦਾ ਫੋਕਸਡ ਹੈ, ਜਿਹੜੇ ਹੋਰ ਸਟਾਰਟਅਪਸ ਹੈ ਜੀ ਉਹ ਵੈਬ 'ਤੇ ਜ਼ਿਆਦਾ ਫੋਕਸਡ ਹੈ, ਰਾਈਟ, ਠੀਕ ਹੈ। ਸਾਡਾ ਡੇਟਾ ਇਹ ਕਹਿੰਦਾ ਹੈ ਕਿ ਜੀ ਐਪਸ ਦੀ ਸਟਿਕੀਨੈਸ ਅਤੇ ਇੰਗੇਜਮੈਂਟ ਬਹੁਤ ਹਾਈ ਹੈ ਐਜ਼ ਕੰਪੇਅਰ ਟੂ ਵੈਬਸਾਈਟਸ, ਅਤੇ ਆਪਾਂ ਉਸੇ ਚੀਜ਼ 'ਤੇ ਜ਼ਿਆਦਾ ਫੋਕਸ ਕਰਨਾ ਚਾਹ ਰਹੇ ਹਾਂ ਜੀ। ਤੁਸੀਂ ਐਗਜ਼ਾਮਪਲ ਦੇ ਕੇ ਵੀ ਥੋੜ੍ਹਾ ਸਮਝ ਆਊਗਾ। ਜਿਵੇਂ ਟਰਾਈ ਸਿਟੀ ਦੀ ਗੱਲ ਕਰੀਏ ਤਾਂ ਇੱਥੇ ਬੜਾ ਰਿਵਾਜ ਹੈਗਾ, ਲਗਭਗ ਹਰ ਘਰੇ ਹੁਣ ਜਿਹੜਾ ਹੈਗਾ ਔਨਲਾਈਨ ਕਰਦੇ ਨੇ, ਫੂਡ ਡਿਲੀਵਰ ਕਰਵਾ ਰਹੇ ਨੇ ਲੋਕ। ਅਤੇ ਐਗਜ਼ਾਮਪਲ ਤੁਸੀਂ ਦੇ ਸਕਦੇ ਹੋ, ਜਿਵੇਂ ਅਗਰ ਬੰਦੇ ਨੇ ਮੰਨ ਲਓ ਕਿਤੋਂ ਮਠਿਆਈ ਮੰਗਵਾਉਣੀ ਹੈ, ਮੰਨ ਲਓ ਗੋਪਾਲਸ ਤੋਂ ਜਾਂ ਸਿੰਧੀ ਸਵੀਟਸ ਤੋਂ, ਤਾਂ ਉਹ ਜ਼ੋਮੈਟੋ ਸਵੀਗੀ ਤੋਂ ਮੰਗਾਊਗਾ ਇੱਕ ਪਾਸੇ, ਉਹ ਕੀ ਫ਼ਰਕ ਹੈ? ਅਤੇ ਅਗਰ ਜਿਹੜਾ ਤੁਹਾਡਾ ਜਿਹੜਾ ਪਲੈਟਫਾਰਮ ਹੈਗਾ ਉਹ ਕਿਸ ਤਰੀਕੇ ਦੇ ਨਾਲ ਡੀਲ ਕਰਦਾ? ਸੋ ਦੇਖੋ, ਜ਼ੋਮੈਟੋ ਸਵੀਗੀ ਨੇ ਨਾ ਜਿੱਦਾਂ ਦਾ ਕਮਿਸ਼ਨ ਵਧਾਇਆ ਨਾ, ਤਾਂ ਰੈਸਟੋਰੈਂਟ ਕੋਲ ਨਾ ਆਪਸ਼ਨ ਨਹੀਂ ਬਚਿਆ। ਉਹਨਾਂ ਨੇ ਕਿਹਾ ਯਾਰ ਸਸਟੇਨ ਤਾਂ ਆਪਾਂ ਵੀ ਕਰਨਾ ਹੈ, ਅਤੇ ਉਹਨਾਂ ਨੇ ਆਪਣੇ ਅਨਫੋਰਚੂਨੇਟਲੀ ਪ੍ਰਾਈਜ਼ਿਸ ਇਨਫਲੇਟ ਕਰਤੇ। ਅਤੇ ਜੇ ਤੁਸੀਂ ਡਾਇਰੈਕਟਲੀ ਇੱਕ ਰੈਸਟੋਰੈਂਟ 'ਚ ਜਾਂਦੇ ਹੋ, ਜੇ ਉੱਥੇ ਉਹ 100 ਰੁਪਏ ਦੀ ਚੀਜ਼ ਮਿਲਦੀ ਹੈ, ਅਤੇ ਜ਼ੋਮੈਟੋ 'ਤੇ ਉਹ ਹੋ ਸਕਦਾ 112 ਦੀ ਹੋਏ, 115 ਦੀ ਹੋਏ, ਬਿਕਾਜ਼ ਹੁਣ ਆਪਸ਼ਨ ਹੀ ਇਹ ਬਚਿਆ ਹੈ ਕਿ ਉਸ ਚੀਜ਼ ਨੂੰ ਸਸਟੇਨ ਬਣਾਉਣ ਦਾ, ਰਾਈਟ। ਜਿਹੜੀ ਸਾਡੀਆਂ ਐਪਸ ਹੁੰਦੀਆਂ ਉਹ 'ਚ 100 ਰੁਪਏ ਦੀ ਚੀਜ਼ 100 ਰੁਪਏ ਦੀ ਹੀ ਹੁੰਦੀ ਹੈ, ਬਿਕਾਜ਼ ਆਪਾਂ ਕੋਈ ਕਮਿਸ਼ਨ ਤਾਂ ਲੈ ਨਹੀਂ ਰਹੇ, ਠੀਕ ਹੈ ਜੀ। ਆਪਾਂ ਟੈਕਨੋਲੋਜੀ ਦਾ ਇੱਕ ਰੈਂਟਲ ਲੈ ਰਹੇ ਹਾਂ ਹਰ ਰੈਸਟੋਰੈਂਟ ਕੋ, ਅਤੇ ਰੈਸਟੋਰੈਂਟ ਕਹਿੰਦਾ ਜੋ ਮੇਰਾ ਐਕਚੁਅਲ ਪ੍ਰਾਈਸ ਹੈ ਮੈਂ ਆਪਣੀ ਐਪ 'ਚ ਉਹੀ ਦੇਵਾਂਗਾ। ਬਟ ਜ਼ੋਮੈਟੋ ਵਿੱਚ ਫਿਰ ਉਹ ਕੰਜ਼ਿਊਮਰ ਲਾਸ ਆ ਜਾਂਦਾ ਹੈ ਕਿ ਕੰਜ਼ਿਊਮਰ ਐਵਰੇਜ 15-16% ਹਾਇਰ
ਅਮਾਊਂਟ ਪੇ ਕਰ ਰਿਹਾ ਹੈ। ਜਸਟ ਦੈਟ ਕਿ ਉਹ ਹੋ ਕੇ ਜਾਂਦਾ ਹੈ ਮੋਮੈਂਟਮ 'ਤੇ ਤੁਸੀਂ ਕੰਪੈਰੀਜ਼ਨ ਨਹੀਂ ਕਰਦੇ ਹੋ ਐਜ਼ ਏ ਕਸਟਮਰ। ਲੇਕਿਨ ਇਹ ਬਹੁਤ ਹੁਣ ਕਾਮਨ ਪ੍ਰੈਕਟਿਸ ਹੋ ਗਈ ਹੈ ਅਕਰੋਸ ਇੰਡੀਆ ਕਿ ਜੀ 100 ਰੁਪਏ ਦੀ ਚੀਜ਼ ਨੂੰ 115 ਦੀ ਕਰਕੇ ਜ਼ੋਮੈਟੋ 'ਚ ਲਿਸਟ ਕਰ ਦਿਓ ਸੋ ਦੈਟ ਕਿ ਜੋ ਅੰਨਾ ਜ਼ਿਆਦਾ ਕਮਿਸ਼ਨ ਹੈ ਕਿਤੇ ਤੇ ਕੰਪਨਸੇਟ ਹੋਏ। ਠੀਕ ਹੈ ਜੀ। ਤੇ ਕਸਟਮਰ ਨੂੰ ਲੱਗਦਾ ਹੈ ਕਿ ਚਲੋ ਜੀ ਮੈਨੂੰ 30 ਰੁਪਏ ਦਾ ਇੱਕ ਪ੍ਰੋਮੋ ਕੋਡ ਮਿਲ ਗਿਆ, 25 ਰੁਪਏ ਮਿਲ ਗਿਆ, ਤੇ ਉਹ 'ਚ ਮੈਨੂੰ ਸੇਵਿੰਗ ਹੋ ਰਹੀ ਹੈ। ਬਟ ਇਨ ਰਿਐਲਿਟੀ ਜਦੋਂ ਫਾਈਨਲ ਕੈਲਕੂਲੇਸ਼ਨ ਹੁੰਦੀ ਹੈ ਤੇ ਕਸਟਮਰ ਆਲਵੇਜ਼ ਲੂਜ਼ਸ। ਕਸਟਮਰ ਹਮੇਸ਼ਾ ਹੀ ਨਾਰਮਲ ਤੋਂ ਮਹਿੰਗੇ ਪ੍ਰਾਈਸ 'ਤੇ ਚੀਜ਼ ਬਾਏ ਕਰ ਰਿਹਾ ਹੁੰਦਾ ਹੈ। ਸੋ ਤੁਸੀਂ ਕਿਸ ਤਰੀਕੇ ਦੇ ਨਾਲ ਕਰਦੇ ਹੋ ਕਿ ਹਰ ਇੱਕ ਜਿਵੇਂ ਰੈਸਟੋਰੈਂਟ ਹੈ ਮੰਨ ਲਓ ਉਹਦੇ ਲਈ ਐਪਸ ਤੁਸੀਂ ਬਣਾਓਗੇ, ਕਿਸ ਤਰੀਕੇ ਨਾਲ ਕਰੋਗੇ? ਇੱਦਾਂ ਹੀ ਹੈ ਜੀ। ਤੇ ਬੇਸਿਕਲੀ ਉਹਦੇ 'ਚ ਵੀ ਬਹੁਤ ਲੋਕੀ ਕਈ ਵਾਰ ਸਾਨੂੰ ਇਹ ਕਹਿੰਦੇ ਕਿ ਜੀ ਇੰਨੇ ਲੱਖਾਂ ਜਿਹੜੇ ਡਾਊਨਲੋਡਸ ਉਹਨਾਂ ਕੋਲ ਜ਼ੋਮੈਟੋ ਸਵਿਗੀ ਕੋ ਹੈਗੇ ਤੇ ਸਾਡੀ ਐਪ ਕੋਈ ਕਿਉਂ ਡਾਊਨਲੋਡ ਕਰੇਗਾ। ਤੇ ਸਾਡਾ ਉਸ ਬਾਰੇ ਜੀ ਥਿਊਰੀ ਇਹ ਹੈ ਜਾਂ ਅੰਡਰਸਟੈਂਡਿੰਗ ਇਹ ਹੈ ਕਿ ਜੇ ਜ਼ੋਮੈਟੋ ਕੋ 1 ਕਰੋੜ ਕਸਟਮਰ ਵੀ ਹੈਗਾ ਹੈ, ਰਾਈਟ, ਠੀਕ ਹੈ, ਬਟ ਰੈਸਟੋਰੈਂਟ ਇੱਕ ਹਾਈਪਰ ਲੋਕਲ ਬਿਜ਼ਨਸ ਹੈ ਜੀ, ਰਾਈਟ, ਠੀਕ ਹੈ, ਉਹ 1 ਕਰੋੜ ਕਸਟਮਰ ਪੂਰਾ ਤੇ ਸੇਮ ਰੈਸਟੋਰੈਂਟ ਦਾ ਆਰਡਰ ਨਹੀਂ ਕਰਦਾ। ਤੇ ਜ਼ੋਮੈਟੋ ਸਵਿਗੀ ਦਾ ਆਪਣਾ ਡੇਟਾ ਹੈ ਕਿ ਜੇ ਐਵਰੇਜ ਸਿੰਗਲ ਕਸਟਮਰ 3.2 ਯੂਨੀਕ ਰੈਸਟੋਰੈਂਟ ਤੋਂ ਉੱਪਰ ਹਰ ਮਹੀਨੇ ਆਰਡਰ ਨਹੀਂ ਕਰਦਾ। ਦੈਟ ਮੀਨਸ ਕਿ ਹੁਣ ਇੱਕ ਜੇ ਇਕੱਲਾ ਕਸਟਮਰ ਹੈ ਉਹ 3 ਐਪ 4 ਐਪ ਤੇ ਰੱਖ ਹੀ ਸਕਦਾ ਹੈ। ਠੀਕ ਹੈ, ਜੇ ਉਹਨੂੰ ਬੈਟਰ ਵੈਲਿਊ ਮਿਲ ਰਹੀ ਹੈ ਤੇ ਰੈਸਟੋਰੈਂਟ ਨੂੰ ਲੌਂਗ ਟਰਮ ਤੇ ਡੇਟਾ ਕੰਟਰੋਲ ਜ਼ਿਆਦਾ ਮਿਲ ਰਿਹਾ ਹੈ ਤੇ ਉਹ ਦੋਵਾਂ ਲਈ ਵਿਨ ਵਿਨ ਹੈ, ਰਾਈਟ, ਠੀਕ ਹੈ। ਬਟ ਇਹ ਕੰਟੀਨਿਊਸ ਐਜੂਕੇਸ਼ਨ ਹੈ, ਠੀਕ ਹੈ ਜੀ, ਉਹਨਾਂ ਦੇ ਬਿਕਾਜ਼ ਜਿੰਨੇ ਉਹਨੇ ਫੰਡ ਰੇਜ਼ ਕਰ ਲਿਆ, ਜਿੰਨੀ ਮਾਰਕੀਟਿੰਗ ਕਰ ਲਈ ਹੈ, ਰਾਈਟ, ਠੀਕ ਹੈ। ਤੇ ਇਹ ਸਾਨੂੰ 3 ਸਾਲ 'ਚ ਚੈਲੰਜ ਆਪਾਂ ਕਾਫੀ ਖਤਮ ਕਰ ਲਿਆ। ਬਟ ਇੰਡਸਟਰੀ ਨੂੰ ਹੌਲੀ ਹੌਲੀ ਇਹ ਚੀਜ਼ ਬੜੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਹਾਇਰ ਕਮਿਸ਼ਨਸ ਜਾਂ ਪਲੱਸ ਜੋ ਡੇਟਾ ਕੰਟਰੋਲ ਨਹੀਂ ਹੈ ਉਹ ਅੱਜ ਦੀ ਡੇਟ 'ਚ ਬਹੁਤ ਡੇਂਜਰਸ ਚੀਜ਼ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਡੇਟਾ ਇਜ਼ ਅ ਨਿਊ ਆਇਲ। ਬਿਲਕੁਲ। ਤੁਸੀਂ ਯੂ ਐਨਗੇਜ ਬਾਰੇ ਦੱਸਿਆ ਜਿਹੜਾ ਫੂਡ ਨਾਲ ਸੰਬੰਧਿਤ ਹੈਗਾ, ਜਿਹੜਾ ਸ਼ਾਊਟਲੋ ਹੈ ਉਹਦੇ ਬਾਰੇ ਵੀ ਦੱਸੋ। ਪਹਿਲਾਂ ਵੀ ਤੁਹਾਡੇ ਵੱਲੋਂ ਟਰਾਈ ਡੀਲ ਸਟਾਰਟ ਕੀਤੀ ਗਈ ਸੀਗੀ ਪਰ ਉਹ ਤੋਂ ਕੁਝ ਸਮੇਂ ਬਾਅਦ ਪੇਟੀਐਮ ਨੇ ਮੇਰੇ ਖਿਆਲ ਅਕਵਾਇਰ ਕਰ ਲਈ ਸੀਗੀ। ਪਰ ਇਹ ਜਿਹੜੀਆਂ ਟਰਾਈ ਸਿਟੀ 'ਚ ਇਹ ਪਿਛਲੇ ਕਾਫੀ ਸਾਲਾਂ ਤੋਂ ਟ੍ਰੈਂਡ ਬਹੁਤ ਚੱਲ ਰਿਹਾ, ਟਰਾਈ ਡੀਲ ਹੋਵੇ, ਉਹ ਇਸ ਤਰੀਕੇ ਦੀਆਂ ਹੋਰ ਨੇ, ਲਿਟਲ ਨੀਅਰ ਬਾਏ ਨੇ, ਕਿਉਂਕਿ ਜਿਹੜੇ ਸਪੈਸ਼ਲੀ ਸਟੂਡੈਂਟਸ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਜੇ ਸਲੂਨ ਵੀ ਜਾਣਾ, ਹੇਅਰ ਕੱਟ ਕਰਵਾਉਣਾ ਜਾਂ ਜੇ ਕਿਸੇ ਰੈਸਟੋਰੈਂਟ ਵਗੈਰਾ ਜਾਣਾ ਜਾਂ ਹੋਰ ਕਿਤੇ ਵੀ ਜਾਣਾ, ਸੋ ਇਸ ਤਰੀਕੇ ਦੀਆਂ ਹੀ ਐਪਸ ਤੇ ਡੀਲਸ ਲੱਭਦੇ ਨੇ ਸਸਤਾ ਪਵੇ। ਪਰ ਇਹ ਸਮੀਰ ਜੀ ਬਹੁਤ ਟਾਈਮ ਮੈਂ ਦੇਖਿਆ ਕਿ ਕੋਈ ਵੀ ਐਪ ਹੈ ਜਿਹੜੀ ਉਹ ਰਹਿੰਦੀ ਨਹੀਂ, ਫਿਰ ਉਹ ਪਤਾ ਲੱਗਦਾ ਕਿ ਉਹ ਐਪ ਬੰਦ ਹੋ ਗਈ, ਫਿਰ ਕੋਈ ਨਵੀਂ ਦੇਖਣੀ ਪੈਂਦੀ। ਇਹ ਕਿਉਂ ਹੈ ਫਿਰ? ਤੇ ਤੁਹਾਡੀ ਜਿਹੜੀ ਸ਼ਾਊਟਲੋ ਹੈ ਹੁਣ ਉਹ ਟਰਾਈ ਡੀਲ ਨਾਲੋਂ ਕੀ ਵੱਖਰਾ ਇਹਦੇ 'ਚ? ਦੇਖੋ, ਫਸਟ ਆਫ ਆਲ ਟਰਾਈ ਡੀਲ ਜੀ ਮੇਰੇ ਪਹਿਲਾ ਸਟਾਰਟਅਪ ਸੀਗਾ ਤੇ ਬਿਜ਼ਨਸ ਦੀ ਕੋਈ ਇੰਨੀ ਸਮਝ ਵੀ ਨਹੀਂ ਸੀਗੀ, ਹਾਲੇ ਵੀ ਸਿੱਖ ਰਹੇ। ਇਹੋ ਜਿਹਾ ਮੈਂ ਨਹੀਂ ਕਹਾਂਗੀ ਆਪਾਂ ਜੀ ਬਹੁਤ ਕੋਈ ਵੱਡੀ ਚੀਜ਼ ਕਰ ਲਈਏ, ਠੀਕ ਹੈ ਜੀ। ਬਟ ਮੈਨੂੰ ਲੱਗਦਾ ਕਿ ਉਸ ਇੰਡਸਟਰੀ 'ਚ ਹਾਲੇ ਵੀ ਨਾ ਬੜਾ ਕੁਝ ਅਚੀਵ ਕਰਨ ਵਾਲਾ ਹੈਗਾ, ਠੀਕ ਹੈ। ਐਂਡ ਯੂ ਆਰ ਰਾਈਟ, ਉਹ ਬਹੁਤ ਸਾਰੇ ਸਟਾਰਟਅਪਸ ਅਨਫੋਰਚੂਨੇਟਲੀ ਕੋਵਿਡ ਕਰਕੇ ਵੀ ਬੰਦ ਹੋ ਗਏ, ਕਈ ਪਹਿਲਾਂ ਐਕਵਾਇਰ ਵੀ ਹੋ ਗਏ ਸੀ ਸਾਡੇ ਵਰਗੇ, ਰਾਈਟ, ਠੀਕ ਹੈ। ਯੂ ਐਨਗੇਜ ਤੇ ਸ਼ਾਊਟਲੋ ਦੋਵੇਂ ਬਿਜ਼ਨਸਿਸ ਬੂਟਸਟ੍ਰੈਪਡ ਹੈ, ਠੀਕ ਹੈ ਜੀ, ਕੋਈ ਐਕਸਟਰਨਲ ਇਨਵੈਸਟਰ ਨਹੀਂ ਹੈ। ਉਸ ਕਰਕੇ ਸਾਡੀ ਜਵਾਬਦਾਰੀ ਇੰਨੀ ਕਿਸੇ ਨੂੰ ਹੈਗੀ ਨਹੀਂ ਬਾਹਰ, ਰਾਈਟ, ਠੀਕ ਹੈ। ਤੇ ਇਹ ਐਪ ਪਿਓਰਲੀ ਕੰਜ਼ਿਊਮਰਸ ਲਈ ਹੈ, ਮਰਚੈਂਟਸ ਲਈ ਹੈ। ਆਪਾਂ ਅੱਜ ਵੀ ਇੱਥੇ ਹੈ ਤੇ ਆਪਾਂ ਕਾਫੀ ਸਾਲਾਂ ਤੱਕ ਵੀ ਤੁਹਾਨੂੰ ਇੱਥੇ ਮਿਲਾਂਗੇ, ਠੀਕ ਹੈ। ਤੇ ਇੰਟੈਂਟ ਸਾਡਾ ਇਹੀ ਹੈ ਕਿ ਇਹਨੂੰ ਆਪਾਂ ਫॉर ਈਅਰਸ ਟੂ ਕਮ ਗਰੋ ਕਰਵਾਉਂਦੇ ਰਹੀਏ, ਰਾਈਟ, ਠੀਕ ਹੈ। ਆਪਾਂ ਵੀ ਉਹਦੇ ਵਿੱਚ ਕਾਫੀ ਬੈਕਲੈਸ਼ ਸਾਨੂੰ ਵੀ ਹੋਇਆ, ਇੰਪੈਕਟ ਹੋਇਆ ਜਦੋਂ ਵੇਵ 1 ਆਈ, ਵੇਵ 2 ਆਈ, ਬਿਕਾਜ਼ ਸ਼ਾਊਟਲੋ ਉਦੋਂ ਹੀ ਗਰੋ ਕਰਨਾ ਸ਼ੁਰੂ ਹੋਇਆ ਸੀਗਾ। ਬਟ ਹੁਣ ਉਹ ਅੱਛਾ ਗਰੋ ਕਰ ਰਹੀ ਹੈ, ਰਾਈਟ, ਠੀਕ ਹੈ ਜੀ। ਐਂਡ ਕਸਟਮਰਸ ਕੋ ਚੋਇਸਿਸ ਵੀ ਵਧੀਆ ਜਾ ਰਹੀਆਂ, ਜੋ ਸ਼ਾਊਟਲੋ 'ਚ ਨਵੀਆਂ ਡੀਲਸ ਆ ਰਹੀਆਂ। ਪਹਿਲੇ ਆਪਾਂ ਸਿਰਫ ਬੁਫੇ ਡੀਲਸ ਦਿੰਦੇ ਸੀਗੇ, ਹੁਣ ਆਪਾਂ ਨਵਾਂ ਪ੍ਰੋਡਕਟ ਵਿੱਚ ਲਾਂਚ ਕੀਤਾ ਸ਼ਾਊਟਲੋ ਪ੍ਰੀਮੀਅਮ। ਉਹਦੇ ਰਾਹੀਂ ਤੁਸੀਂ ਜੀ ਪੂਰੇ ਮੈਨਿਊ 'ਤੇ ਡਿਸਕਾਊਂਟ ਲੈ ਸਕਦੇ ਹੋ, ਕੋਈ ਲਿਮਿਟ ਨਹੀਂ ਹੈ, ਠੀਕ ਹੈ ਜੀ। ਤੇ ਉਹ ਕਸਟਮਰ ਲਈ ਬੜਾ ਸਿੰਪਲ ਹੋ ਜਾਂਦਾ ਉਸ ਚੀਜ਼ ਨੂੰ ਯੂਜ਼ ਕਰਨਾ। ਸੋ ਹੋਰ ਕੀ ਇਹਦੇ ਇਲਾਵਾ, ਜਿਵੇਂ ਤੁਸੀਂ ਦੱਸਿਆ ਕਰੋ, ਇਹ ਤਾਂ ਫੂਡ ਦਾ ਹੋ ਗਿਆ, ਬਾਕੀ ਸਲੂਨ ਦੀ ਆਪਾਂ ਗੱਲ ਕਰ ਰਹੇ ਸੀ, ਹੋਰ ਕਿਹੜੀਆਂ ਸਰਵਿਸਿਜ਼ ਮਿਲ ਸਕਦੀਆਂ? ਸੋ ਸਾਡਾ ਜੀ ਫੋਕਸ ਇੰਡਸਟਰੀ ਵਾਈਜ਼ 2-3 ਚੀਜ਼ਾਂ ਤੇ ਹੈ ਜੀ। ਫੂਡ ਆਫ ਕੋਰਸ ਕੋਰ ਹੈ, ਸਲੂਨ ਹੈ ਜੀ, ਸਪਾ ਹੈ, ਠੀਕ ਹੈ। ਐਂਟਰਟੇਨਮੈਂਟ ਵਿੱਚ ਜਿੱਦਾਂ ਜੀ ਵਾਟਰ ਪਾਰਕਸ ਹੁੰਦੇ ਹੈ ਉਹ ਵੀ ਹੈਗੇ ਹੈ, ਠੀਕ ਹੈ। ਔਰ ਬਹੁਤ ਸਾਰੇ ਮਰਚੈਂਟ ਟਰਾਈ ਸਿਟੀ ਐਕਸਕਲੂਸਿਵਲੀ ਸਾਡੇ ਨਾਲ ਹੀ ਕੰਮ ਕਰਦੇ ਹੈ। ਜਿੱਦਾਂ ਚੌਕੀਦਾਨੀ ਪੰਚਕੂਲਾ ਹੈ, ਉਹ ਤੁਹਾਨੂੰ ਕਿਸੇ ਵੀ ਹੋਰ ਪਲੇਟਫਾਰਮ ਤੇ ਆਨਲਾਈਨ ਨਹੀਂ ਮਿਲੇਗਾ, ਉਹ ਸਿਰਫ ਤੁਹਾਨੂੰ ਸ਼ਾਊਟਲੋ ਤੋਂ ਹੀ ਮਿਲਦਾ ਹੈ। ਤੇ ਉਹ ਉਹਨਾਂ ਦਾ ਟਰਸਟ ਵੀ ਹੈਗਾ ਜੀ ਫॉर द ਈਅਰਸ, ਉਸ ਕਰਕੇ ਉਹ ਸਾਡੇ ਨਾਲ ਕੰਮ ਕਰਨਾ ਸ਼ਾਇਦ ਆਈ ਥਿੰਕ ਪਸੰਦ ਕਰਦੇ ਹੈ। ਤੇ ਕਸਟਮਰ ਨੂੰ ਵੀ ਇੱਕ ਐਕਸਕਲੂਸਿਵ ਚੋਇਸ ਮਿਲ ਜਾਂਦੀ ਉਹਦੇ ਵਿੱਚ। ਤੇ ਸਾਡਾ ਮੇਨ ਫੋਕਸ ਹੈ 4 ਵਰਟੀਕਲ 'ਤੇ ਹੈਗਾ ਜੀ ਸ਼ਾਊਟਲੋ 'ਤੇ। ਅਪਾਰਟ ਫਰੋਮ ਦੈਟ ਆਪਾਂ ਦੀ ਲੋਕਲ ਰਿਕਮੈਂਡੇਸ਼ਨਸ ਉਹ 'ਚ ਪਬਲਿਸ਼ ਕਰਦੇ ਹੈ, ਪਲੱਸ ਈਵੈਂਟ ਟਿਕਟਸ ਆਪਾਂ ਕਰਦੇ ਹੈ। ਹੁਣ ਜਿਹਦੇ ਦਾ ਥੋੜਾ ਮਾਹੌਲ ਬੈਟਰ ਹੋ ਰਿਹਾ ਹੈ, ਈਵੈਂਟਸ ਵਾਪਸ ਹੋ ਰਹੇ ਹੈ। ਤੇ ਪਿਛਲੇ 2 ਸਾਲ ਤੋਂ ਨਿਊ ਈਅਰ ਟਿਕਟਸ ਆਪਾਂ ਮੋਸਟ ਆਫ ਦਾ ਨੈਸ਼ਨਲ ਪਲੇਅਰਸ ਤੋਂ ਜ਼ਿਆਦਾ ਇੱਥੇ ਚੰਡੀਗੜ੍ਹ ਸੇਲ ਕੀਤੀਆਂ ਜੀ, ਠੀਕ ਹੈ। ਬੁੱਕ ਮਾਈ ਸ਼ੋ, ਇਨਸਾਈਡਰ ਹੋਰ ਵੀ ਟਿਕਟਿੰਗ ਪਲੇਟਫਾਰਮ ਹੈ, ਬਟ ਸ਼ਾਊਟਲੋ ਦਾ ਜੋ ਨਿਊ ਈਅਰ ਦੀ ਟਿਕਟਿੰਗ ਸੇਲਸ ਹੈ ਉਹ ਟਰਾਈ ਸਿਟੀ ਏਰੀਆ 'ਚ ਹਾਲੇ ਤੱਕ ਪਿਛਲੇ 2 ਸਾਲ ਤੋਂ ਹਾਈਐਸਟ ਹੈਗੀ ਹੈ
ਜੀ ਇਹ ਵੀ ਦੱਸੋ ਕਿ ਤੁਹਾਡੇ ਜਿਹੜੇ ਯੂ ਐਨਗੇਜ ਤੇ ਸ਼ਾਊਟਲੋ ਦੀ ਗੱਲ ਕਰ ਰਹੇ ਹੋ, ਸਿਰਫ ਐਪਸ ਤੇ ਹੀ ਕਰ ਸਕਦੇ ਹੋ ਤੁਸੀਂ? ਕੋਈ ਵੀ ਡੀਲ ਲੈਣੀ ਹੈ, ਸਾਈਟ ਵੀ ਹੈਗੀ ਉਹ ਵੀ ਦੱਸੋ। ਫਿਰ ਜਿਵੇਂ ਤੁਸੀਂ ਪ੍ਰੀਮੀਅਮ ਦੀ ਗੱਲ ਕਰ ਰਹੇ ਸੀਗੇ, ਸੋ ਉਹਦੇ ਲਈ ਕਿੰਨਾ ਯੂਜ਼ਰ ਨੂੰ ਪੇ ਕਰਨਾ ਪਊਗਾ? ਸਾਲ ਦਾ ਹੈਗਾ, ਜਿਵੇਂ ਇਹ ਜ਼ੋਮੈਟੋ ਵਾਲੇ ਜ਼ੋਮੈਟੋ ਗੋਲਡ ਚਲਾ ਰਹੇ ਨੇ, ਹਰ ਕੋਈ ਚਲਾਉਂਦਾ ਹੈ, ਸੋ ਤੁਹਾਡਾ ਕੀ ਸਿਸਟਮ ਹੈਗਾ, ਮਤਲਬ ਉਹ ਪੈਸਿਆਂ ਦਾ ਹਿਸਾਬ ਵੀ ਦੱਸੋ। ਸੋ ਪਹਿਲੇ ਤੇ ਜੀ ਹਾਂਜੀ ਵੈਬਸਾਈਟ ਵੀ ਹੈਗੀ ਹੈ, ਲੇਕਿਨ ਜਿਹੜਾ ਸ਼ਾਊਟਲੋ ਪ੍ਰੀਮੀਅਮ ਹੈ ਉਹ ਐਪ ਓਨਲੀ ਫੀਚਰ ਹੈ, ਕਿਉਂਕਿ ਜੋ ਥੋੜਾ ਕਸਟਮਰ ਨੂੰ ਪਰਸਨਲਾਈਜ਼ ਐਕਸਪੀਰੀਅੰਸ ਮਿਲਦਾ ਹੈ ਜੀ। ਆਪਾਂ ਉਹਦਾ ਹਲੇ ਜੀ ਲਾਂਚਿੰਗ ਪ੍ਰਾਈਸ 499 ਪੂਰੇ ਸਾਲ ਦਾ ਰੱਖਿਆ ਹੈ, ਤੇ ਬਟ ਆਪਾਂ ਉਹ 'ਚ ਕਾਫੀ ਆਫਰਸ ਚਲਾਉਂਦੇ ਰਹਿੰਦੇ ਰਾਈਟ। ਠੀਕ ਹੈ, ਤੁਹਾਡੇ ਦਰਸ਼ਕਾਂ ਨੂੰ ਵੀ ਜੇ ਕੋਈ ਪ੍ਰੋਮੋ ਕੋਡ ਦਾ ਚਾਹੀਦਾ ਹੋਏਗਾ ਤੇ ਵੀ ਆਰ ਮੋਰ ਦੈਨ ਹੈਪੀ ਟੂ ਸ਼ੇਅਰ ਇਟ। ਤੇ ਸਾਡਾ ਫੋਕਸ ਇਹ ਨਹੀਂ ਹੈ ਕਿ ਆਪਾਂ ਉਹ 499 ਤੋਂ ਕੁਝ ਜ਼ਿਆਦਾ ਲੈਣਾ ਹੈ, ਠੀਕ ਹੈ, ਬਟ ਇੰਟੈਂਟ ਇਹ ਹੈ ਕਿ ਇੱਕ ਕਸਟਮਰ ਰਾਈਟ ਇੰਟੈਂਸ਼ਨ ਨਾਲ ਜਿਹੜੇ ਪ੍ਰੀਮੀਅਮ ਲੋਕੇਸ਼ਨਸ ਹੈਗੇ, ਪ੍ਰੀਮੀਅਮ ਡਿਸਕਾਊਂਟਸ ਹੈਗੇ, ਉਹਨੂੰ ਅਵੇਲ ਕਰ ਪਾਏ। ਕੀ ਚੈਲੰਜਸ ਤੁਸੀਂ ਕੀ ਮੰਨਦੇ ਹੋ, ਕਿਉਂਕਿ ਲਗਾਤਾਰ ਕਾਫੀ ਸਾਰੀਆਂ ਇਸ ਤਰੀਕੇ ਦੇ ਜਿਹੜੇ ਪਲੇਟਫਾਰਮਸ ਆਉਂਦੇ ਰਹਿੰਦੇ ਹੈਗੇ ਆ, ਸੋ ਟਰਾਈ ਸਿਟੀ ਦਾ ਵੈਸੇ ਵੀ ਮਤਲਬ ਜ਼ਿਆਦਾ ਹੁੰਦੇ, ਚੈਲੰਜਸ ਜ਼ਿਆਦਾ ਨੇ। ਕੀ ਮੰਨਦੇ ਹੋ, ਕਿਵੇਂ ਆਪਦੇ ਆਪ ਨੂੰ ਜਿਹੜਾ ਹੈਗਾ ਸਟੇਬਲੀ ਇਹਨੂੰ ਜਿਹੜਾ ਚਲਾਉਂਗੇ ਤੁਸੀਂ? ਦੇਖੋ ਡਿਪੈਂਡ ਕਰਦਾ ਜੀ ਸਟਾਰਟਅਪ ਨਾ ਕਿਸ ਡੀਐਨਏ ਨਾਲ ਸ਼ੁਰੂ ਹੁੰਦਾ ਹੈ, ਠੀਕ ਹੈ ਜੀ। ਜੋ ਆਪਾਂ ਨਾ ਇੰਡੀਆ ਸਕਸੈਸ ਸਟੋਰੀਜ਼ ਦੇਖੀਆਂ ਨਾ ਜੀ, ਪੇਟੀਐਮ ਹੋ ਗਿਆ, ਫਲਿੱਪਕਾਰਟ ਹੋ ਗਿਆ, ਉਹਦੇ ਕਰਕੇ ਨਾ ਕਈ ਵਾਰ ਯੰਗਸਟਰਸ ਨੂੰ ਲੱਗਦਾ ਹੈ ਕਿ ਜੀ ਆਪਾਂ ਤੇ ਜੀ ਐਪ ਬਣਾ ਕੇ ਸਡਨਲੀ ਓਵਰਨਾਈਟ ਰਿਚ ਹੋ ਜਾਣਾ, ਠੀਕ ਹੈ ਜੀ। ਤੇ ਉਹ ਥੋੜਾ ਜਿਹਾ ਡੀਐਨਏ ਉਹ ਰੋਂਗ ਐਗਜ਼ਾਮਪਲ ਹੈ ਰਾਈਟ, ਠੀਕ ਹੈ। ਤੇ ਸਟਾਰਟਅਪ ਦੇਖੋ 95% ਇੰਡੀਆ 'ਚ ਫੇਲ ਹੁੰਦੇ ਆ, ਜਿਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ, ਠੀਕ ਹੈ। ਸਿਰਫ 5% ਉਹੀ ਰਹਿ ਜਾਂਦੇ ਜਿਹੜਾ ਆਪਾਂ ਜੋ ਪਪੂਲਰ ਨਾਮ ਹੈਗੇ, ਹਾਂਜੀ। ਤੇ ਉਹਦੇ ਕਰਕੇ ਆਪਾਂ ਜੋ ਇੱਕ ਰੀਅਲਿਸਟਿਕ ਵਿਊ ਹੈ ਨਾ ਉਹ ਭੁੱਲ ਜਾਂਦੇ ਹਾਂ, ਤਾਂ ਆਪਾਂ ਸੋਚਦੇ ਹਾਂ ਕਿ ਇਹ ਬੜਾ ਹੀ ਲੈਵਿਸ਼ ਲਾਈਫ ਹੋਣ ਵਾਲੀ ਹੈ ਜੀ ਮੇਰੀ, 1 ਮਹੀਨੇ 2 ਮਹੀਨੇ ਵਿੱਚ ਤੇ ਮੈਂ ਸਟਾਰਟਅਪ ਜੋ ਸ਼ੁਰੂ ਕਰ ਲਾਂਗਾ। ਬਟ ਇਟਸ ਅ ਵੈਰੀ ਲੌਂਗ ਜਰਨੀ, ਠੀਕ ਹੈ ਜੀ। ਇਹ ਹੌਲੀ ਹੌਲੀ ਤੁਸੀਂ ਜੇ ਰਾਈਟ ਬੇਸਿਕਸ ਨਾਲ ਉਹਨੂੰ ਫਿਲ ਕਰਦੇ ਹੋ ਤੇ ਤਾਂ ਹੀ ਉਹ ਸਸਟੇਨੇਬਲ ਹੈ। ਕਈ ਵਾਰ ਸਟਾਰਟਅਪਸ ਫਿਰ ਉਹ ਉਸ ਫਲੋ 'ਚ ਵੀ ਨਿਕਲ ਜਾਂਦੇ ਹੈ, ਮਤਲਬ ਮਲਟੀਪਲ ਰੀਜ਼ਨ ਆਪਾਂ ਦੇਖਿਆ ਕਿ ਉਹ ਸਸਟੇਨ ਨਹੀਂ ਕਰ ਪਾਉਂਦੇ। ਵਨ ਇਜ਼ ਆਫ ਕੋਰਸ ਕਿ ਉਹਨੂੰ 6 ਮਹੀਨੇ ਬਾਅਦ ਰਿਲਾਈਜ਼ ਹੁੰਦਾ ਕਿ ਜੋ ਮੈਂ ਸੋਚਿਆ ਸੀਗਾ ਉਹ ਤਾਂ ਹੋ ਹੀ ਨਹੀਂ ਰਿਹਾ ਰਾਈਟ, ਠੀਕ ਹੈ ਜੀ। ਤੇ ਇਹ ਥੋੜਾ ਪੇਸ਼ੈਂਸ ਵਾਲਾ ਵੀ ਕੰਮ ਹੈਗਾ ਜੀ, ਠੀਕ ਹੈ। ਪਲੱਸ ਕਈ ਵਾਰ ਫੰਡਸ ਦਾ ਇਸ਼ੂ ਆ ਜਾਂਦਾ ਰਾਈਟ, ਠੀਕ ਹੈ। ਆਈ ਥਿੰਕ ਆਪਾਂ ਥੋੜਾ ਜਿਹਾ ਰਾਈਟ ਵੇ 'ਚ ਉਹਨੂੰ ਗਰੋ ਕਰਵਾ ਪਾਏ ਹੈ ਰਾਈਟ, ਠੀਕ ਹੈ। ਆਪਾਂ ਥੋੜਾ ਲੀਨ ਵੀ ਰਹੇ ਹੈ ਇਨ ਟਰਮਸ ਆਫ ਐਕਸਪੈਂਸਿਸ, ਤੇ ਉਸ ਕਰਕੇ ਸਾਡਾ ਗਰੋਥ ਦਾ ਜਿਹੜਾ ਗ੍ਰਾਫ ਹੈ ਉਹ ਅਪਵਰਡ ਹੈ, ਤੇ ਉਹ ਆਉਣ ਵਾਲੇ ਸਾਲਾਂ 'ਚ ਵੀ ਉਹ ਅਪਵਰਡ ਹੀ ਰਹਿਣਾ ਚਾਹੀਦਾ ਜਿੱਦਾਂ ਦਾ ਮਾਡਲ ਆਪਾਂ ਫਿਗਰ ਆਊਟ ਕੀਤਾ ਜੀ। ਸਮੀਰ ਜੀ ਅਖੀਰ 'ਚ ਇਹ ਵੀ ਅਸੀਂ ਪੁੱਛਾਂਗੇ ਕਿ ਜਿਵੇਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ, ਤੁਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ ਦੀਨਾਨਗਰ ਤੋਂ ਬਿਲੋਂਗ ਕਰਦੇ ਹੋ, ਸੋ ਕਿਵੇਂ ਤੁਹਾਡਾ ਪੜ੍ਹਾਈ ਲਿਖਾਈ ਕਿੱਥੇ ਤੁਸੀਂ ਕੀਤੀ? ਤੁਸੀਂ ਬਾਹਰ ਵੀ ਪੜ੍ਹ ਕੇ ਆਏ ਹੋ ਜਾਂ ਜਾਂ ਉਸ ਤੋਂ ਬਾਅਦ ਐਕਸਪੀਰੀਅੰਸ ਲੈ ਕੇ ਆਏ ਹੋ, ਸੋ ਉਹ ਵੀ ਦੱਸੋ ਕੀ ਸੀਗਾ। ਫਿਰ ਉਦੋਂ ਕੀ ਸੁਪਨੇ ਕੀ ਸੀਗੇ ਜਦੋਂ ਤੁਸੀਂ ਮਤਲਬ ਇੱਕ ਛੋਟੇ ਸ਼ਹਿਰ ਤੋਂ ਉੱਠ ਕੇ ਕਦੇ ਸੋਚਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਵੱਡੇ ਸ਼ਹਿਰ 'ਚ ਆ ਕੇ ਇਸ ਤਰੀਕੇ ਨਾਲ ਆਪਣਾ ਸਟਾਰਟਅਪ ਕਰੋਗੇ? ਦੇਖੋ ਜੀ ਸੋਚਿਆ ਨਹੀਂ ਸੀਗਾ, ਬਟ ਪੰਜਾਬ ਜੇ ਆਪਾਂ ਪਿਛਲੇ 20-25 ਸਾਲ 'ਚ ਦੇਖੀਏ ਤੇ ਦੋ ਚੀਜ਼ਾਂ ਅਨਫੋਰਚੂਨੇਟਲੀ ਬਹੁਤ ਜ਼ਿਆਦਾ ਵੱਧ ਗਈਆਂ। ਇੱਕ ਤੇ ਜੀ ਲੋਕਾਂ ਦਾ ਬਾਹਰ ਜਾਣ ਦਾ ਰੁਝਾਨ, ਠੀਕ ਹੈ। ਦੂਜਾ ਘੱਟੋ ਘੱਟ ਉਹ ਸ਼ਹਿਰਾਂ 'ਚ ਜੌਬਸ ਤੇ ਹੈਗੀਆਂ ਨਹੀਂ, ਠੀਕ ਹੈ। ਸੇਮ ਜੀ ਮੇਰੇ ਨਾਲ ਵੀ ਇਹੀ ਸੀਗਾ, ਠੀਕ ਹੈ। ਜੌਬ ਤੇ ਉੱਥੇ ਸੀਗੀ ਨਹੀਂ, ਨਿਕਲਣਾ ਤੇ ਪੈਣਾ ਹੀ ਸੀਗਾ ਉੱਥੋਂ। ਤੇ ਇੰਜੀਨੀਅਰਿੰਗ ਮੈਂ ਚੰਡੀਗੜ੍ਹ ਤੋਂ ਚਿਤਕਾਰਾ ਯੂਨੀਵਰਸਿਟੀ ਤੋਂ ਕੀਤੀ ਹੈ ਜੀ। ਉਸ ਤੋਂ ਬਾਅਦ ਮੈਂ HCL ਜੁਆਇਨ ਕੀਤਾ ਤੇ HCL ਦੇ ਥਰੂ US ਮੈਂ ਬੇ ਏਰੀਆ 'ਚ ਕੋਈ 2 ਸਾਲ ਉੱਥੇ ਕੰਮ ਕੀਤਾ। ਬਹੁਤ ਅੱਛਾ ਐਕਸਪੀਰੀਅੰਸ ਸੀਗਾ, ਬਹੁਤ ਅੱਛਾ ਐਕਸਪੋਜ਼ਰ ਸੀਗਾ, ਬਟ ਕਿਤੇ ਨਾ ਕਿਤੇ ਬੈਕ ਆਫ ਮਾਈਂਡ ਇਹੀ ਸੀਗਾ ਕਿ ਜੀ ਜੇ ਸਾਰੇ ਦੌੜ ਜਾਣਗੇ ਤੇ ਰਹੇਗਾ ਕੀ ਪਿੱਛੇ, ਠੀਕ ਹੈ ਜੀ। ਤੇ ਇੰਟੈਂਟ ਉਹੀ ਹੈ ਕਿ ਹੌਲੀ ਹੌਲੀ ਜੀ ਟੂ ਕੀਪ ਕਮਿੰਗ ਟੂਵਰਡਸ ਪੰਜਾਬ ਰਾਈਟ, ਠੀਕ ਹੈ। ਐਂਡ ਜੇ ਆਪਾਂ ਹੋਰ ਓਪਰਚੁਨਿਟੀਜ਼ ਕ੍ਰੀਏਟ ਕਰ ਪਈਏ ਰਾਈਟ, ਠੀਕ ਹੈ, ਤੇ ਤਾਂ ਹੀ ਕੁਝ ਹੋਏਗਾ, ਨਹੀਂ ਤਾਂ ਅਦਰਵਾਈਜ਼ ਆਈ ਥਿੰਕ ਉਹ ਆਪਾਂ ਬਲੇਮ ਹੀ ਕਰਦੇ ਰਹਿਣਗੇ ਕਿ ਸਾਰੇ ਜਾ ਰਹੇ ਕਿਸੇ ਨਾ ਕਿਸੇ ਨੂੰ ਤੇ ਕੁਝ ਨਾ ਕੁਝ ਕਰਦੇ ਰਹਿਣਾ। ਤੇ ਮੇਨ ਰੀਜ਼ਨ ਮੇਰਾ ਆਈ ਥਿੰਕ ਸੈਕਿੰਡ ਟਾਈਮ ਵੀ ਸਟਾਰਟਅਪ ਕਰਨ ਦਾ ਇਹੀ ਹੈ ਕਿ ਜੀ ਪੰਜਾਬ ਦੇ ਅਰਾਊਂਡ ਹੀ ਰਹਿਣਾ ਰਾਈਟ, ਠੀਕ ਹੈ ਜੀ। ਐਂਡ ਛੋਟੇ ਸ਼ਹਿਰਾਂ 'ਚ ਉਹ ਮੈਨੂੰ ਲੱਗਦਾ ਕਿ ਆਪਾਂ ਹੌਲੀ ਹੌਲੀ ਲੋਕਾਂ ਨੂੰ ਮੋਟੀਵੇਟ ਕਰਕੇ ਹੋਰ ਜੌਬਸ ਕ੍ਰੀਏਟ ਕਰ ਸਕਦੇ ਹਾਂ। ਉਹ ਵੀ ਇੱਕ ਬਹੁਤ ਲੌਂਗ ਟਰਮ ਵਿਜ਼ਨ ਹੈ ਤੇ ਕੁਛ ਆਪਾਂ 'ਚ ਕੰਮ ਵੀ ਆਲਰੇਡੀ ਕਰ ਪਾਏ ਹੈ, ਬਟ ਹੋਪਫੁਲੀ ਦੇਖੋ ਆਈ ਥਿੰਕ ਇੰਟੈਂਟ ਇਹੀ ਹੈ ਕਿ ਜਿਹੜਾ ਯੂਥ ਉੱਥੇ ਸਿਰਫ ਕਹਿ ਰਿਹਾ ਕਿ ਮੈਂ ਆਈਲੈਟਸ ਕਰਕੇ ਬਾਹਰ ਜਾਣਾ ਹੈ, ਤੇ ਆਪਾਂ ਜ਼ਰਾ ਇਹੀ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਹੀਂ ਯਾਰ ਇੱਥੇ ਚੀਜ਼ਾਂ ਅਚੀਵੇਬਲ ਹੈ ਰਾਈਟ, ਠੀਕ ਹੈ ਜੀ। ਇੱਥੇ ਵੀ ਤੁਸੀਂ ਬਿਜ਼ਨਸ ਕਰ ਸਕਦੇ ਹੋ, ਇੱਥੇ ਦੀ ਜੌਬਸ ਕ੍ਰੀਏਟ ਕਰ ਸਕਦੇ ਹੋ ਰਾਈਟ, ਠੀਕ ਹੈ। ਹਰ ਪਿੰਡ ਵਿੱਚ ਇੰਟਰਨੈਟ ਹੈਗਾ, ਠੀਕ ਹੈ ਜੀ। ਲੈਪਟਾਪ ਹੈਗੇ ਹੈ, ਫੋਨ ਹੈਗੇ ਹੈ, ਤੁਸੀਂ ਸਿੱਖ ਵੀ ਸਕਦੇ ਹੋ, ਤੁਸੀਂ ਐਕਸੈਸ ਵੀ ਕਰ ਸਕਦੇ ਹੋ, ਠੀਕ ਹੈ। ਬਟ ਆਈ ਥਿੰਕ ਉਹ ਰਾਈਟ ਡਾਇਰੈਕਸ਼ਨ ਦੇਣ ਵਾਲਾ ਹਾਲੇ ਕੋਈ ਨਹੀਂ ਹੈਗਾ, ਕਿਉਂਕਿ ਹਿਊਮਨ ਮਾਈਂਡ ਉਹ ਗਲੋਰੀ ਨਾਲ ਹੀ ਕੰਮ ਕਰਦਾ ਜੀ, ਠੀਕ ਹੈ। ਜੇ ਸਾਡੀ ਸੁਸਾਇਟੀ 'ਚ ਗਲੋਰੀਫਾਈ ਇਹ ਹੋ ਜਾਂਦਾ ਜੀ ਆਈਲੈਟਸ 'ਤੇ ਬੈਂਡ ਲੈ ਕੇ ਬਾਹਰ ਜਾਓ, ਤੇ ਉਹ ਸਾਰੀ ਸੁਸਾਇਟੀ ਉੱਧਰ ਤੁਰਨਾ ਸ਼ੁਰੂ ਹੋ ਜਾਂਦੀ ਹੈ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਇਹ ਗਲੋਰੀਫਾਈ ਵੀ ਕਰਨਾ ਚਾਹੀਦਾ ਹੈ ਕਿ ਤੁਸੀਂ ਜੌਬ ਕ੍ਰੀਏਟਰ ਬਣ ਸਕਦੇ ਹੋ ਜੀ ਰਾਈਟ।
ਇਹ ਵੀ ਦੱਸੋ ਕਿੰਨੇ ਕੁ ਤੁਸੀਂ ਆਪਣੇ ਸਟਾਰਟਅਪ ਦੇ ਥਰੂ ਲੋਕਾਂ ਨੂੰ ਰੋਜ਼ਗਾਰ ਵੀ ਤੁਸੀਂ ਦੇ ਰਹੇ ਹੋ, ਕਿੰਨੇ ਕੁ ਨੂੰ ਦੇ ਰਹੇ ਹੋ, ਕੀ ਅੱਗੇ ਹੋਰ ਫਿਊਚਰ ਦੇ ਵਿੱਚ ਕੀ ਸੋਚਿਆ ਹੋਇਆ, ਕੀ ਗੋਲਸ ਤੁਹਾਡੇ ਕੀ ਨੇ? ਕਿਉਂਕਿ ਜਿੱਥੇ ਤੁਹਾਡਾ ਇਹ ਪਲੇਟਫਾਰਮਸ ਨੇ ਜਿਹੜੇ ਆਮ ਲੋਕਾਂ ਦੇ ਲਈ ਜ਼ਰੂਰ ਮਤਲਬ ਮਦਦਗਾਰ ਸਾਬਿਤ ਹੋਣਗੇ, ਤੁਸੀਂ ਨਾਲ ਨਾਲ ਇੱਥੇ ਵੀ ਜਿਹੜੇ ਇਹਨਾਂ ਨੂੰ ਕੰਮ ਦੇ ਰਹੇ ਹੋ ਉਹਨਾਂ ਨੂੰ ਵੀ ਬੜਾ ਐਡਵਾਂਟੇਜ ਮਿਲੇਗਾ। ਰਾਈਟ ਜੀ। ਸੋ ਦੇਖੋ ਡਾਇਰੈਕਟਲੀ ਜੀ ਆਪਾਂ ਹਲੇ ਬਹੁਤ ਛੋਟੀ ਟੀਮ ਹੈ, ਆਪਾਂ 35 ਜਾਣੇ ਜੀ ਟੋਟਲ। ਉਹਨਾਂ 'ਚੋਂ ਮੋਸਟਲੀ ਐਸੇ ਆਫਿਸ 'ਚ ਹੈ ਜੀ, ਕੁਛ ਲੋਕ ਲਖਨਊ, ਬੈਂਗਲੌਰ, ਮੁੰਬਈ ਵੀ ਹੈਗੇ, ਅਦਰਵਾਈਜ਼ ਮੋਸਟਲੀ ਟੀਮ ਇੱਥੇ ਹੀ ਹੈ, ਰਾਈਟ। ਇਨਡਾਇਰੈਕਟਲੀ ਜੋ ਸਾਡੇ ਕਲਾਇੰਟਸ ਹੈ, ਜਿੱਦਾਂ ਜਿੱਦਾਂ ਆਪਾਂ ਉਹਨਾਂ ਦੇ ਬਿਜ਼ਨਸ ਗਰੋਥ ਕਰਾਉਂਦੇ ਹੈ, ਅਤੇ ਸਾਡੇ ਕਲਾਇੰਟ ਸਾਨੂੰ ਆਪ ਕਹਿੰਦੇ ਕਿ ਜੀ ਅੱਛਾ ਪਹਿਲਾਂ ਐਪ ਨਹੀਂ ਸੀ ਕਿ ਸਾਡੇ ਜੀ ਐਕਸ ਅਮਾਊਂਟ ਆਰਡਰ ਸੀਗੇ, ਹੁਣ ਐਪ ਹੈਗੀ ਹੈ ਅਤੇ X+Y ਹੋ ਗਿਆ, ਉਹਦੇ ਕਰਕੇ ਜੀ ਆਪਾਂ ਹੋਰ ਆਊਟਲੈਟ ਖੋਲ੍ਹ ਪਾਏ ਹੈ, ਉਹਦੇ ਕਰਕੇ ਆਪਾਂ ਹੋਰ ਰਾਈਡਰ ਰੱਖ ਪਾਏ ਹੈ। ਤੋ ਇਨਡਾਇਰੈਕਟ ਜੋ ਐਮਪਾਵਰਮੈਂਟ ਹੈ, ਰਾਈਟ, ਠੀਕ ਹੈ, ਉਹਦਾ ਸਕੇਲ, ਉਹਦਾ ਇੰਪੈਕਟ ਬਹੁਤ ਵੱਡਾ ਹੈ। ਠੀਕ ਹੈ, ਰਾਈਟ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਸੋ ਗੱਲਬਾਤ ਕਰ ਰਹੇ ਸੀਗੇ ਸਮੀਰ ਸ਼ਰਮਾ ਜੀ ਦੇ ਨਾਲ, ਤੇ ਜਿਸ ਤਰੀਕੇ ਨਾਲ ਦੱਸਿਆ ਜਿਹੜੇ ਸਟਾਰਟਅਪ ਲੈ ਕੇ ਆਏ ਨੇ ਨਵਾਂ, ਜਿਹੜਾ ਮਾਰਕੀਟ ਦੇ ਵਿੱਚ ਕੰਪੀਟੀਸ਼ਨਸ ਵੀ ਜਿਹੜਾ ਹੈਗਾ ਉਹ ਦੇਣ ਦੀ ਗੱਲ ਕੀਤੀ ਗਈ ਹੈ। ਸੋ ਯੂ ਇਨਗੇਜ ਤੇ ਸ਼ਾਊਟ ਲੋ, ਇਹ ਦੋ ਇਹਨਾਂ ਦੇ ਜਿਹੜੇ ਸਟਾਰਟਅਪ ਨੇ। ਤੇ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜ਼ੋਮੈਟੋ, ਸਵੀਗੀ, ਊਬਰ ਈਟਸ ਵਰਗੇ ਜਿਹੜੇ ਐਪਸ ਕੰਮ ਕਰਦੇ ਨੇ, ਉਸੇ ਤਰੀਕੇ ਦੇ ਨਾਲ ਇਹਨਾਂ ਵੱਲੋਂ ਜਿਹੜਾ ਯੂ ਇਨਗੇਜ ਲੈ ਕੇ ਆਏ ਨੇ ਕਿ ਜਿੱਥੋਂ ਤੁਸੀਂ ਰੈਸਟੋਰੈਂਟ ਤੋਂ ਜਾਂ ਕੈਫੇ ਤੋਂ ਡਾਇਰੈਕਟਲੀ ਜਿਹੜਾ ਹੈਗਾ ਕੁਝ ਵੀ ਆਰਡਰ ਕਰਨਾ ਹੈਗਾ, ਸੋ ਉਹ ਮੰਗਵਾ ਸਕਦੇ ਹੋ। ਸੋ ਕਮਿਸ਼ਨ ਵਾਲਾ ਵਿੱਚ ਕੋਈ ਰੌਲਾ ਨਹੀਂ, ਡਾਇਰੈਕਟ ਜਿਹੜੀ ਹੈਗੀ ਹੈ ਜਿਹੜੀ ਗੱਲ ਹੈ ਉਹ ਰੈਸਟੋਰੈਂਟ ਦੇ ਓਨਰ ਦੇ ਨਾਲ ਹੋਊਗੀ, ਉਹਦੇ ਵਿੱਚ ਕੋਈ ਕਮਿਸ਼ਨ ਵਾਲੀ ਗੱਲ ਨਹੀਂ ਹੋਊਗੀ। ਸੋ ਨਾਲ ਨਾਲ ਜਿਹੜਾ ਸ਼ਾਊਟਲੋ ਬਾਰੇ ਵੀ ਦੱਸ ਰਹੇ ਸੀਗੇ, ਜਿਸ ਤਰੀਕੇ ਦੇ ਨਾਲ ਟਰਾਈ ਸਿਟੀ 'ਚ ਬੜੀਆਂ ਪੋਪੂਲਰ ਐਪਸ ਨੇ, ਟਰਾਈ ਡੀਲ ਵਰਗੀਆਂ ਪਹਿਲਾਂ ਐਪ ਸੀਗੀਆਂ, ਫਿਰ ਲਿਟਲ ਨੀਅਰ ਬਾਏ ਚੱਲਦੀ ਸੀਗੀ, ਜਿੱਥੋਂ ਕਿ ਡੀਲਸ ਮਿਲਦੀਆਂ ਨੇ, ਸਲੂਨ ਸਰਵਿਸਿਜ਼ ਲੈਣੀਆਂ ਨੇ ਜਾਂ ਹੋਰ ਕੋਈ ਐਡਵੈਂਚਰਸ ਐਕਟੀਵਿਟੀਜ਼ ਕਰਨੀਆਂ ਨੇ, ਗੇਮਿੰਗ ਕਰਨੀ ਹੋਵੇ ਜਾਂ ਫੂਡ ਬੂਫੇ ਵਗੈਰਾ ਜਾਂ ਹੋਰ ਜਿਹੜਾ ਹੈਗਾ ਰੈਸਟੋਰੈਂਟਸ ਵਿੱਚ ਡਾਈਨ ਇਨ ਵਗੈਰਾ ਕਰਨਾ। ਸੋ ਉਸ ਤਰੀਕੇ ਦੇ ਉਸ ਚੀਜ਼ ਲਈ ਵੀ ਇੱਕ ਜਿਹੜਾ ਇਹਨਾਂ ਵੱਲੋਂ ਸ਼ਾਊਟ ਲੋ ਹੈ ਉਹ ਸਟਾਰਟ ਕੀਤਾ ਗਿਆ। ਸੋ ਐਪਸ ਨੇ ਦੋਵਾਂ ਦੀਆਂ, ਤੇ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਇੱਕ ਵੱਖਰੀ ਪਛਾਣ ਹੈ ਉਹ ਜਿਹੜੀ ਮਾਰਕੀਟ ਦੇ ਵਿੱਚ ਬਣਾਈ ਜਾ ਸਕੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।